ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਸ਼ੌਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਅਹਿਮ ਖਬਰਾਂ ਦਾ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸਿੱਧੂ ਦੀ ਦੇਖਾ-ਦੇਖੀ ਕੈਪਟਨ ਨੇ ਵੀ ਹਰਸਿਮਰਤ ਤੇ ਵੀ ਨੇ ਨਿਸ਼ਾਨੇ। ਪੰਜਾਬ ਸੀਐਮ ਬੋਲੇ ਕਿਸਾਨਾਂ ਦੇ ਸੰਕਟ ਤੇ ਬੋਲਣ ਦਾ ਕੋਈ ਅਧਿਕਾਰ ਨਹੀਂ। ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ, ਅਗਾਊਂ ਜ਼ਮਾਨਤ। ਤੇ ਚੰਡੀਗੜ੍ਹ ਦੇ ਕੋਵਿਡ ਐਕਟਿਵ ਕੇਸਾਂ ਵਿੱਚ ਮਿਲਿਆ ਡੈਲਟਾ ਵੇਰੀਐਂਟ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਦੀ ਦੇਖਾ-ਦੇਖੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਨਿਸ਼ਾਨੇ ਤੇ ਰੱਖਿਆ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਟਿੱਪਣੀ ਕੀਤੀ। ਨਵਜੋਤ ਸਿੰਘ ਸਿੱਧੂ ਦੀ ਦੇਖਾ-ਦੇਖੀ 'ਚ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਸਿਮਰਤ ਬਾਦਲ ਤੇ ਵਿੰਨੇ ਨਿਸ਼ਾਨੇ। ਪੰਜਾਬ ਦੇ ਸੀਐਮ ਬੋਲੇ ਕਿਸਾਨਾਂ ਦੇ ਸੰਕਟ ਤੇ ਬੋਲਣ ਦਾ ਸ਼ਿਰੋਮਣੀ ਅਕਾਲੀ ਦਲ ਤੇ ਹਰਸਿਮਰਤ ਬਾਦਲ ਨੂੰ ਨਹੀਂ ਕੋਈ ਅਧਿਕਾਰ। ਅਕਾਲੀ ਭਾਜਪਾ ਗੱਠਜੋੜ ਨੇ ਕਿਸਾਨਾਂ ਨੂੰ ਦਿੱਲੀ ਲਈ ਜਾਣ ਲਈ ਕੀਤਾ ਮਜਬੂਰ। ਕਿਸਾਨੀ ਸੰਘਰਸ਼ ਦਾ ਪੰਜਾਬ ਵਿੱਚ ਅਕਾਲੀ ਦਲ ਉਡਾਉਂਦਾ ਹੈ ਮਖੌਲ। ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਦਾ ਉਦੋਂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਟੀਕਾ ਟਿੱਪਣੀ ਕੀਤੀ ਗਈ ਜਦੋਂ ਇੱਕ ਬਿਆਨ ਇੱਕ ਸਟੇਜ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਕਿਸਾਨ ਆਪਣਾ ਅੰਦੋਲਨ ਨਾ ਕਰਨ ਤੇ ਦਿੱਲੀ ਜਾਂ ਬਾਕੀਆਂ ਹਰਿਆਣੇ ਵਾਲੀਆਂ ਥਾਵਾਂ ਤੇ ਕਰਨ। ਤੇ ਉਸ ਤੇ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹਦਾ ਰਾਜਨੀਤਿਕਕਰਨ ਕੀਤਾ ਜਾ ਰਿਹਾ। ਜਿਹੜਾ ਬਿਆਨ ਉਹਨਾਂ ਨੇ ਦਿੱਤਾ ਸੀ ਤੇ ਉਹਨੂੰ ਸਿਆਸੀ ਰੰਗਤ ਦੇ ਵਿੱਚ ਢਾਲਿਆ ਜਾ ਰਿਹਾ ਹੈ। ਲੇਕਿਨ ਹੁਣ ਹਰਸਿਮਰਤ ਕੌਰ ਬਾਦਲ ਦੇ ਬਿਆਨ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਕੋਈ ਵੀ ਅਧਿਕਾਰ ਨਹੀਂ ਹੈ ਕਿ ਉਹ ਕਿਸਾਨੀ ਸੰਕਟ ਦੇ ਵਿੱਚ ਇਹੋ ਜਿਹੇ ਬਿਆਨ ਦੇਣ, ਕਿਉਂਕਿ ਉਹਨਾਂ ਕਰਕੇ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ ਉਦੋਂ ਤੋਂ ਹੀ ਉਹਨਾਂ ਨੇ ਮਜਬੂਰ ਕੀਤਾ ਹੈ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਜਾ ਕੇ ਧਰਨੇ ਤੇ ਬੈਠਣ ਦਾ। ਉਧਰ ਮੁਸ਼ਕਿਲਾਂ ਵਿੱਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਦਿੰਦੇ ਹੋਏ ਗੁਰਦਾਸ ਮਾਨ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਨਾਲ ਹੀ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ। ਅਦਾਲਤ ਨੇ ਅਗਾਊਂ ਜ਼ਮਾਨਤ ਦਿੰਦਿਆਂ ਇੱਕ ਹਫ਼ਤੇ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮ ਦਿੱਤੇ ਹਨ। ਮਾਨ ਦੇ ਵਕੀਲਾਂ ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਗੁਰਦਾਸ ਮਾਨ ਦਾ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਉਹਨਾਂ ਤੋਂ ਕੋਈ ਰਿਕਵਰੀ ਵੀ ਨਹੀਂ ਹੋਈ ਹੈ, ਇਸ ਲਈ ਉਹ ਅਗਾਊਂ ਜ਼ਮਾਨਤ ਦੇ ਹੱਕਦਾਰ ਹਨ। ਇਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਤੇ ਮਾਨ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ। 26 ਅਗਸਤ ਨੂੰ ਨਕੋਦਰ ਵਿੱਚ ਗੁਰਦਾਸ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ FIR ਦਰਜ ਕੀਤੀ ਗਈ। ਗੁਰਦਾਸ ਮਾਨ ਨੇ ਪਹਿਲਾਂ ਇਸ ਮਾਮਲੇ ਵਿੱਚ ਜਲੰਧਰ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਅਦਾਲਤ ਨੇ 8 ਸਤੰਬਰ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਮਾਨ ਦੇ ਖਿਲਾਫ ਥਾਣਾ ਨਕੋਦਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਵਿਖੇ ਮੇਲੇ ਦੇ ਦੌਰਾਨ ਉਹਨਾਂ ਨੇ ਡੇਰੇ ਦੇ ਸਰਦਾਰ ਸਾਈਂ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ ਸੀ। ਇਸ ਤੋਂ ਬਾਅਦ ਸਿੱਖ ਸੰਗਠਨਾਂ ਨੇ ਉਹਨਾਂ ਖਿਲਾਫ IPC ਦੀ ਧਾਰਾ 295A ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਧਰ ਚੰਡੀਗੜ੍ਹ ਦੇ ਵਿੱਚ ਡੈਲਟਾ ਵੇਰੀਐਂਟ ਆ ਗਿਆ ਹੈ। ਦਰਅਸਲ ਚੰਡੀਗੜ੍ਹ ਦੇ ਵਿੱਚ ਜਿਹੜੇ ਕੋਵਿਡ ਪੋਜ਼ਿਟਿਵ ਕੇਸ ਪਾਏ ਗਏ ਨੇ ਉਹਨਾਂ ਦੇ ਵਿੱਚ ਡੈਲਟਾ ਵੇਰੀਐਂਟ ਦੀ ਪੁਸ਼ਟੀ ਹੋਈ ਹੈ, ਜਿਸ ਦੇ ਮੱਦੇਨਜ਼ਰ 3 ਤੋਂ 18 ਅਗਸਤ ਦੇ ਵਿਚਕਾਰ ਜਿੰਨੇ ਵੀ ਕੋਵਿਡ ਪੋਜ਼ਿਟਿਵ ਮਰੀਜ਼ ਪਾਏ ਗਏ ਸੀ ਉਹਨਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ ਗਏ, ਜਿਨ੍ਹਾਂ ਦੇ ਵਿੱਚ 25 ਦੇ ਵਿੱਚ ਡੈਲਟਾ ਵੇਰੀਐਂਟ ਪਾਇਆ ਗਿਆ। ਚੰਡੀਗੜ੍ਹ ਵਿੱਚ 3 ਤੋਂ 18 ਅਗਸਤ ਦੇ ਵਿਚਕਾਰ ਕੋਰੋਨਾ ਸੰਕਰਮਿਤ ਪਾਏ ਗਏ 27 ਮਰੀਜ਼ਾਂ ਵਿੱਚੋਂ 25 ਦੇ ਸੈਂਪਲ ਵਿੱਚ ਡੈਲਟਾ ਵੇਰੀਐਂਟ ਅਤੇ ਇਸ ਦੇ ਸਬ ਲਿਨੀਏਜ ਪਾਏ ਗਏ ਨੇ। ਚੰਡੀਗੜ੍ਹ ਸਿਹਤ ਵਿਭਾਗ ਨੇ ਇਹਨਾਂ ਸੈਂਪਲਸ ਨੂੰ 21 ਅਗਸਤ ਨੂੰ ਜੀਨੋਮ ਸੀਕੁਐਂਸਿੰਗ ਦੇ ਲਈ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨਵੀਂ ਦਿੱਲੀ ਭੇਜਿਆ ਸੀ। ਸਾਰੇ 27 ਮਰੀਜ਼ ਚੰਡੀਗੜ੍ਹ ਦੇ ਨਿਵਾਸੀ ਹਨ ਅਤੇ 3 ਤੋਂ 18 ਅਗਸਤ ਦੇ ਵਿਚਕਾਰ ਕੋਵਿਡ ਪੋਜ਼ਿਟਿਵ ਪਾਏ ਗਏ ਸੀ। ਸਿਹਤ ਵਿਭਾਗ ਨੂੰ ਮਿਲੀ ਤਾਜ਼ਾ ਰਿਪੋਰਟ ਦੇ ਮੁਤਾਬਿਕ 25 ਸੈਂਪਲਾਂ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਅਤੇ ਉਸ ਦੇ ਉਪਵੰਸ਼ ਦਾ ਪਤਾ ਚੱਲਿਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਡੈਲਟਾ ਨੂੰ ਕੋਰੋਨਾ ਦੇ ਖਤਰਨਾਕ ਵੇਰੀਐਂਟ ਦੇ ਰੂਪ ਵਿੱਚ ਵੰਡ ਕੀਤੀ ਹੈ, ਇਸ ਦੀ ਕਿਉਂਕਿ ਇਸ ਵਿੱਚ ਇੱਕ ਤੋਂ ਦੂਜੇ ਵਿੱਚ ਟ੍ਰਾਂਸਫਰ ਹੋਣ ਦੀ ਸਮਰੱਥਾ ਵੱਧ ਪਾਈ ਗਈ ਹੈ, ਜਿਸ ਦੇ ਸੰਕਰਮਣ ਵੱਧ ਗੰਭੀਰ ਹੋ ਰਿਹਾ ਹੈ। ਪਹਿਲੀ ਵਾਰ ਇਹ ਭਾਰਤ ਵਿੱਚ ਪਾਇਆ ਗਿਆ, ਪਰ ਹੁਣ 85 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਡੈਲਟਾ ਪਲੱਸ ਇਸ ਦਾ
ਸਭ ਤੋਂ ਖਤਰਨਾਕ ਵੇਰੀਐਂਟ ਹੈ। ਚੰਡੀਗੜ੍ਹ ਵਿੱਚ ਹਾਲੇ ਤੱਕ ਡੈਲਟਾ ਪਲੱਸ ਵੇਰੀਐਂਟ ਦਾ ਇੱਕ ਹੀ ਮਾਮਲਾ ਸਾਹਮਣੇ ਆਇਆ ਹੈ, ਜੋ ਇਸ ਸਾਲ ਜੂਨ ਵਿੱਚ ਸਾਹਮਣੇ ਆਇਆ ਸੀ। ਉਹਦੇ ਕਾਫੀ ਅਟਕਲਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਰਮੋਹਨ ਧਵਨ ਰਾਜਨੀਤੀ ਦੇ ਵਿੱਚ ਐਕਟਿਵ ਹੋ ਗਏ ਨੇ ਤੇ ਉਹਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਨਾਲੋਂ ਨਾਲ ਕਈ ਤਰ੍ਹਾਂ ਦੀਆਂ ਖਾਸ ਗੱਲਾਂ ਵੀ ਕਹੀਆਂ ਗਈਆਂ। ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਵੀ ਇੱਥੇ ਕੇਜਰੀਵਾਲ ਦੀ ਹੀ ਸਰਕਾਰ ਆਵੇਗੀ। ਪੇਸ਼ ਰਿਪੋਰਟ। ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਸਰਗਰਮ ਹੋ ਗਏ ਨੇ ਤੇ ਕਾਫੀ ਦੇਰ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਉਹ ਆਪਣੀ ਪਾਰਟੀ ਤੋਂ ਖਫਾ ਨਜ਼ਰ ਆ ਰਹੇ ਨੇ ਤੇ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਹਰਮੋਹਨ ਧਵਨ ਦੀ ਅਗਵਾਈ ਦੇ ਵਿੱਚ ਲੜੀਆਂ ਜਾਣਗੀਆਂ ਤੇ ਜਿਵੇਂ ਉਹਨਾਂ ਨੇ ਵਿਕਾਸ ਦਿੱਲੀ ਦੇ ਵਿੱਚ ਕਰਕੇ ਵਿਖਾਇਆ ਹੈ, ਉਵੇਂ ਹੀ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਵੀ ਵਿਕਾਸ ਕਰੇਗੀ। ਤੁਹਾਡੀ ਰਿਕਵੈਸਟ ਨੂੰ ਪ੍ਰਵਾਨ ਕਰਦੇ ਹੋਏ ਇਹ ਰਜਾਮੰਦੀ ਦਿੱਤੀ ਹੈ ਕਿ ਇਸ ਉਮਰ ਵਿੱਚ ਮੇਰਾ ਜੋ ख्वाब ਸੀ ਚੰਡੀਗੜ੍ਹ ਜਿਹਨੂੰ ਕਿ ਪੂਰੇ ਏਸ਼ੀਆ ਦਾ ਸਭ ਤੋਂ ਸੋਹਣਾ ਸ਼ਹਿਰ ਦਾ ਸਿਟੀ ਬਿਊਟੀਫੁਲ ਕਿਹਾ ਜਾਂਦਾ ਸੀ, ਅੱਜ ਉਹ ਬਹੁਤ ਪਿੱਛੇ ਰਹਿ ਗਿਆ ਤੇ ਮੈਂ ਆਪਣੀ ਬਚੀ ਹੋਈ ਜ਼ਿੰਦਗੀ ਚੰਡੀਗੜ੍ਹ ਨੂੰ ਸਵਾਰਨ ਵਾਸਤੇ ਲਾਣਾ ਚਾਹੁੰਦਾ ਤੇ ਮੈਂ ਬੇਨਤੀ ਕਰਦਾ ਇਸ ਪੀਸੀ ਦੇ ਰਾਹੀਂ ਚੰਡੀਗੜ੍ਹ ਦੇ ਸਾਰੇ ਸਿਟੀਜ਼ਨਸ ਨੂੰ ਕਿ ਪਿਛਲੇ 25 ਸਾਲਾਂ ਵਿੱਚ ਬੀਜੇਪੀ ਤੇ ਕਾਂਗਰਸ ਦੋਵਾਂ ਨੇ ਮਿਲ ਕੇ ਚੰਡੀਗੜ੍ਹ ਸ਼ਹਿਰ ਨੂੰ ਉਸ ਦਾ ਸਿਟੀ ਬਿਊਟੀਫੁਲ ਤੋਂ ਬਦਸੂਰਤ ਸ਼ਹਿਰ ਬਣਾ ਦਿੱਤਾ ਹੈ। ਅੱਜ ਧਵਨ ਸਾਹਿਬ ਵਰਗੇ ਬੰਦੇ, ਕਿਉਂਕਿ ਇਸ ਉਮਰ ਤੱਕ ਬੰਦਾ ਸਾਰਾ ਕੁਝ ਵੇਖ ਚੁੱਕਿਆ ਹੁੰਦਾ ਜ਼ਿੰਦਗੀ ਵਿੱਚ। ਇਸ ਮੌਕੇ ਹਰਮੋਹਨ ਧਵਨ ਨੇ ਵੀ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਸ਼ਹਿਰ ਨੂੰ ਬਸ ਲੁੱਟਿਆ ਹੈ ਤੇ 25 ਸਾਲ ਤੋਂ ਇਹਨਾਂ ਦੋਵਾਂ ਪਾਰਟੀਆਂ ਨੇ ਰਾਜ ਕੀਤਾ ਹੈ ਤੇ ਚੰਡੀਗੜ੍ਹ ਸਭ ਤੋਂ ਖੂਬਸੂਰਤ ਸ਼ਹਿਰ ਸੀ, ਲੇਕਿਨ ਅੱਜ ਇਹ 29ਵੇਂ ਸਥਾਨ ਤੇ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਬਿਜਲੀ ਦੇ ਨਿੱਜੀਕਰਨ ਦਾ ਮੁੱਦਾ ਵੀ ਉਠਾਇਆ ਤੇ ਕਿਹਾ ਕਿ ਲੋਕ ਇਸ ਦਾ ਹਿਸਾਬ ਮੰਗਣਗੇ। दोस्तों कि आज हम एक बात पर सहमत हुए कि चंडीगढ़ की आज सिविल ड्यूटी है। चंडीगढ़ म्यूनसिपल कॉर्पोरेशन को तकरीबन 25 साल पूरे हो गए हैं और यहाँ पर दो ही पार्टियाँ हैं जो इन 25 सालों में यहाँ पर रूल करती रही हैं। कभी कांग्रेस थी तो कभी भाजपा और कभी कांग्रेस। लेकिन इन 25 सालों में जो उन्होंने वादे किए और जो कुछ हासिल हुआ वो आप सबके बीच में है। मैं उसके ऊपर थोड़ी सी रोशनी डालना चाहूँगा। मैं तो यही कहूँगा कि एक नागनाथ है और दूसरा सांपनाथ है, कांग्रेस और भाजपा दोनों में, क्योंकि दोनों ने इस शहर को लूटा और इस शहर को बर्बाद किया। बहुत वादे किए लेकिन पूरा एक भी नहीं हो पाया, ये मैं आपके सामने दर्ज करना चाहता हूँ। दोस्तों, मुझे इस बात का गर्व था जब 2018 में जो ईज ऑफ लिविंग इंडेक्स था, उस वक्त 2018 में जो पोजीशन थी हमारी 5वीं पोजीशन थी 111 शहरों में हमारी पोजीशन 5वीं थी। और लास्ट ईयर जो सर्वे आया है उसमें 49 सिटी जिनकी पॉपुलेशन 1 मिलियन से ज़्यादा थी, हमारी पोजीशन 29। हम इनसे हिसाब मांगना चाहते हैं सांपनाथ से और नागनाथ से कि ये हालात क्यों पैदा हुए। सबसे खूबसूरत शहर कहलाया जाने वाला आज हम 29वें स्थान पर है इस शहर के। इसकी जवाबदेही इन लोगों से हम जाकर लोगों के बीच में मांगेंगे, जनता मांगेगी, हिसाब मांगेगी 25 साल का। ਚੰਡੀਗੜ੍ਹ ਤੋਂ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਉਧਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਚੰਡੀਗੜ੍ਹ ਦੇ ਇੱਕ ਪਿੰਡ ਪਲਸੋਰਾ ਦੀ ਹੈ, ਜਿੱਥੇ ਲੋਕਾਂ ਵੱਲੋਂ ਪਾਰਸ਼ਦ ਨੂੰ ਹੀ ਘੇਰ ਲਿਆ ਗਿਆ। ਕਿਹਾ ਜਾ ਰਿਹਾ ਲੋਕਾਂ ਵੱਲੋਂ ਕਿ ਉਹਨਾਂ ਦੇ ਇਲਾਕੇ ਦਾ ਵਿਕਾਸ ਨਹੀਂ ਕੀਤਾ ਗਿਆ, ਜਿਸ ਦੇ ਵਿਰੋਧ ਵਜੋਂ ਉਹਨਾਂ ਨੇ ਇਹ ਸਭ ਕੁਝ ਕੀਤਾ। ਰਿਪੋਰਟ। ਚੰਡੀਗੜ੍ਹ ਦੇ ਪਿੰਡ ਪਲਸੌਰਾ ਦੇ ਵਿਕਾਸ ਕੰਮ ਨਾ ਹੋਣ ਦੇ ਚਲਦੇ ਲੋਕਾਂ ਨੇ ਆਪਣੇ ਖੇਤਰ ਦੇ ਕਾਉਂਸਲਰ ਸਤੀਸ਼ ਕੈਂਥ ਨੂੰ ਘੇਰ ਲਿਆ ਤੇ ਵਿਕਾਸ ਕੰਮ ਨਾ ਕਰਵਾਏ ਜਾਣ ਤੇ ਉਹਨਾਂ ਦਾ ਵਿਰੋਧ ਵੀ ਕੀਤਾ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਹੈ। ਹਾਲਾਂਕਿ ਕਾਉਂਸਲਰ ਸਤੀਸ਼ ਕੈਂਥ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਵਿਕਾਸ ਕੰਮਾਂ ਦੇ ਲਈ ਫੰਡ ਹੀ ਨਹੀਂ ਮਿਲੇ। ਇਸ ਉੱਪਰ ਬੋਲਦਿਆਂ ਹੋਏ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਫੰਡਾਂ ਦੀ ਕੋਈ ਘਾਟ ਨਹੀਂ ਹੈ। ਕਾਉਂਸਲਰ ਸਤੀਸ਼ ਕੈਂਥ ਆਪਣੇ ਏਰੀਆ ਦੇ ਵਿੱਚ ਵਿਕਾਸ ਕੰਮ ਨਾ ਕਰਵਾਉਣ ਦੇ ਖੁਦ ਦੋਸ਼ੀ ਨੇ ਅਤੇ ਜਨਤਾ ਉਹਨਾਂ ਨੂੰ ਸਵਾਲ ਪੁੱਛੇਗੀ ਹੀ।
सतीश कैन जी से एक बात जरूर पूछिएगा कि पंसौरा गांव जो अभी हमारे पास नहीं आया, वो तो ऑलरेडी जब उन्होंने चुनाव लड़ा था वो कॉरपोरेशन के पास ही है। पहले जो 9 गांव वहाँ थे उनका विकास तो पहले ही हमने अपने डेवलपमेंट फंड से और जो हमारा कॉरपोरेशन का फंड है उसमें से करने थे, तो क्यों नहीं उनकी सड़कें बनवाई? उनके तो टेंडर सबके कब के हुए पड़े, तो क्यों वहाँ की सड़कें नहीं बनी? कहीं ना कहीं उनको इसका जवाब चंडीगढ़ की जनता को देना चाहिए। इसमें कॉरपोरेशन का मुझे नहीं लगता कोई कसूर है, क्योंकि वो गाँव तो पहले से ही हमारे पास थे और उनके विकास के लिए जो सड़कों के ऑलरेडी डेडिकेटेड 28 करोड़ रुपए हमारे पास फंड भी पड़े हैं 2 साल से। मुझे नहीं लगता कि पंसौरा के काम का काम क्यों नहीं। आप अपना मलोआ में देख लीजिए या अटावा में देख लीजिए, या बाकी ये गाँव जो है, जो पहले 9 गाँव हैं उनमें देख लीजिए, सब में विकास हुआ, सबके काम हुए, मगर एक पंसौरा का नहीं हुआ, तो जवाब तो उनको देना चाहिए। वीडियो में वो बार बार कह रहे हैं कि फंड्स ही जारी नहीं हुए, एमसी फंड ही नहीं जारी कर रहा है, बार बार एक वीडियो में एक वर्ड कह रहे हैं वो। देखिए ये लोग काफी भड़के हुए हैं। कहते अल्प ज्ञान हानिकारक होता है, तो इसलिए मेरा निवेदन यही है, उनसे ये कहिए कि फंड्स की कमी कहाँ पे है। ਉੱਥੇ ਹੀ ਘਟਨਾ ਉੱਪਰ ਬੋਲਦਿਆਂ ਹੋਇਆਂ ਕਾਉਂਸਲਰ ਸਤੀਸ਼ ਕੈਂਥ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਵਾਰਡ ਦਾ ਵਿਕਾਸ ਕੀਤਾ ਜਾਵੇ ਅਤੇ ਉਹਨਾਂ ਦੇ ਵਾਰਡ ਦੇ ਵਿੱਚ ਵਿਕਾਸ ਕੰਮ ਨਾ ਹੋਣ ਉੱਪਰ ਭਾਜਪਾ ਦੋਸ਼ੀ ਹੈ, ਜਿਨ੍ਹਾਂ ਵੱਲੋਂ ਫੰਡ ਜਾਰੀ ਹੀ ਨਹੀਂ ਕੀਤੇ ਗਏ। ਬਿਲਕੁਲ ਠੀਕ ਗੱਲ ਹੈ ਬਈ ਸੜਕਾਂ ਵਾਸਤੇ ਇੱਕ ਉੱਥੇ ਪਲਸੋਰੇ ਦੇ ਵਿੱਚ ਫਿਰਨੀ ਹੈ, ਫਿਰਨੀ ਦੇ ਉੱਤੇ ਪਹਿਲੇ ਸੜਕ ਬਣੀ ਹੋਈ ਸੀ। ਮੈਂ ਉਹਨਾਂ ਦੀ ਸਹੂਲਤ ਦੇਖ ਕੇ ਉੱਥੇ 80 mm ਦੇ पेवर ब्लॉक लगवाने का एस्टीमेट पास करवाया। होया कि कुछ पहले पास हो गया सी, उन्नियां वो पेवर ब्लॉक लग गए सी, पर उस तो बाद जिहड़ा काम रोकया गया पिछे कोविड करके भी और कुछ बीजेपी फंड्स ना लियाण करके भी रुकिया। तुसीं ये देखो, जब मैं कल काम उत्थे शुरू करवाण गया, उत्थे बीजेपी दे ही कुछ लोगों ने उत्थे आके ਉਹਨੂੰ ਰਜਿਸਟ ਕਰਿਆ ਵੀ ਦੇਖੋ ਜੀ ਲੇਟ ਕਰਦੇ ਆ। ਨੋ ਡਾਊਟ ਕੌਂਸਲਰ ਦੀ ਜ਼ਿੰਮੇਵਾਰੀ ਹੁੰਦੀ ਹੈ, ਅਸੀਂ ਜ਼ਿੰਮੇਵਾਰੀ ਸਮਝ ਕੇ ਜੋ ਲੋਕਾਂ ਨੇ ਮੈਂ ਵਾਅਦੇ ਕਰੇ ਸੀ ਉਹ ਪੂਰੇ ਕਰ ਰਹੇ ਹਾਂ। ਔਰ ਤੁਸੀਂ ਹੈਰਾਨੀ ਹੋਏਗੀ ਵੀ ਜਿਹੜਾ ਮੈਂ ਕੰਮ ਕੱਲ ਸਟਾਰਟ ਕਰਾਉਣ ਗਿਆ ਉਹਦੀ ਅਲਾਟਮੈਂਟ ਜਿਹੜੀ ਸੀ ਇਹ 7 ਤਰੀਕ ਨੂੰ ਮਤਲਬ ਵੀ ਹੋਈ ਹੈ, 7 ਤਰੀਕ ਨੂੰ ਅਲਾਟਮੈਂਟ ਹੋਈ ਹੈ ਔਰ ਇਹ 16 ਲੱਖ ਦਾ ਕੰਮ ਸੀ ਔਰ ਮੈਂ 7 ਦਿਨ ਦੇ ਅੰਦਰ ਉੱਤੇ ਸਟਾਰਟ ਕਰਾਉਣ ਗਿਆ ਸੀ ਕੱਲ। पर लेकिन बीजेपी के कुछ लोगों ने उत्ते आके कहा जी काम लेट हो गया, तो काम लेट होने का कारण ही ये सीगा भी बीजेपी को फंड्स नहीं सीगे। पर मैं बहुत FNCC दे विच कोशिश करके इसनू पास करवाया और कल ये काम उत्ते जाके स्टार्ट करवा दिता। ये सारी दी सारी जो बीजेपी गल कर रही है भी कांग्रेस के टाइम दे विच जिहड़े काम हुंदे सीगे, जो मेयर दी मैं सुनी है, पर लेकिन ये देखो भी डिवेलपमेंट के काम कदे भी कांग्रेस ने कदे नहीं रोके सी अपने टाइम दे विच, चाहे कोई भी मेयर रहा सीगा साडा, पर बीजेपी दे भी काम नहीं रोके सी। पर अज जो बीजेपी कर रही है भी कांग्रेस दे एरिए दे विच किते ना किते मैनिपुलेशन करके वो काम रोकने की कोशिश कर रही है, तो यह सीधा सीधा देखण दे लोकां नूं समझ आ रहा उत्थे, पर लेकिन काम उत्थे स्टार्ट कर दिता गया। जगबाणी टीवी ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋर्ट। ਉਧਰ ਰਵੀਕਾਂਤ ਸ਼ਰਮਾ ਵੱਲੋਂ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਕਾਰਜਕਾਲ 1 ਸਾਲ ਦਾ ਨਹੀਂ ਬਲਕਿ 5 ਸਾਲ ਦਾ ਹੋਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਬਾਕੀ ਸਾਰੀਆਂ ਥਾਵਾਂ ਤੇ ਮੇਅਰਾਂ ਦਾ ਜਿਹੜਾ ਕਾਰਜਕਾਲ ਹੈਗਾ ਹੈ ਉਹ 2.5 ਤੋਂ 5 ਸਾਲਾਂ ਦੇ ਵਿਚਕਾਰ ਹੁੰਦਾ ਹੈ, ਪਰ ਸਿਰਫ ਚੰਡੀਗੜ੍ਹ ਦੇ ਵਿੱਚ 1 ਸਾਲ ਦਾ ਹੈ। ਇਸ ਨੂੰ ਵਧਾ ਦਿੱਤਾ ਜਾਣਾ ਚਾਹੀਦਾ ਹੈ। ਮੇਅਰ ਦਾ ਕਾਰਜਕਾਲ 1 ਸਾਲ ਦਾ ਨਹੀਂ ਬਲਕਿ 5 ਸਾਲ ਦਾ ਹੋਣਾ ਚਾਹੀਦਾ ਹੈ ਤੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਆਵਾਜ਼ ਉੱਠਣ ਲੱਗੀ ਹੈ ਚੰਡੀਗੜ੍ਹ ਦੇ ਵਿੱਚ। ਇਸ ਨੂੰ ਲੈ ਕੇ ਮੇਅਰ ਰਵੀਕਾਂਤ ਸ਼ਰਮਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਕਾਰਜਕਾਲ 5 ਸਾਲ ਦਾ ਹੋਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਉਹ ਬੀਤੇ 2 ਦਿਨ ਤੋਂ ਅਯੁੱਧਿਆ ਦੌਰੇ ਤੇ ਗਏ ਹੋਏ ਸੀ, ਜਿੱਥੇ ਆਲ ਇੰਡੀਆ ਮੇਅਰ ਕੌਂਸਲ ਦੀ ਬੈਠਕ ਸੀ ਤੇ ਇਸ ਤੇ ਚਰਚਾ ਹੋਈ ਤੇ ਇਸ ਦੌਰਾਨ ਸਾਰਿਆਂ ਨੇ ਇਹ ਗੱਲ ਰੱਖੀ ਕਿ ਮੇਅਰ ਦਾ ਕਾਰਜਕਾਲ 1 ਸਾਲ ਦਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸਿਰਫ ਚੰਡੀਗੜ੍ਹ ਦੇ ਵਿੱਚ ਹੀ ਮੇਅਰ ਦਾ ਕਾਰਜਕਾਲ 1 ਸਾਲ ਦਾ ਹੈ, ਬਾਕੀ ਸਭ ਥਾਵਾਂ ਤੇ 2.5 ਸਾਲ ਅਤੇ 5 ਸਾਲ ਦਾ ਕਾਰਜਕਾਲ ਹੈ। ਉਹਨਾਂ ਕਿਹਾ ਕਿ ਆਲ ਇੰਡੀਆ ਮੇਅਰ ਕਾਉਂਸਲ ਦੀ ਬੈਠਕ ਦੇ ਵਿੱਚ ਇਹ ਗੱਲ ਰੱਖੀ ਗਈ ਸੀ, ਜਿਸ ਉੱਪਰ ਸਭ ਨੇ ਕਿਹਾ ਕਿ ਮੇਅਰ ਦਾ ਕਾਰਜਕਾਲ ਘੱਟ ਤੋਂ घट 5 साल का होना चाहिए है। देखिए, ऑल इंडिया मेयर काउंसिल जो है इसका गठन बहुत पहले हुआ था और अभी ये 111वीं मीटिंग जो ऑल इंडिया मेयर काउंसिल की थी जो अयोध्या जी में इन्होंने रखी थी, तो वहाँ पे मेरे को जाने का सौभाग्य मिला। भगवान श्री राम जी की नगरी अयोध्या में मुझे जाने का मौका मिला। बहुत अच्छी मीटिंग रही और इसमें मेयर्स की जो राइट्स हैं उसके बारे में बात की जाती है। कॉन्स्टिट्यूशन में कॉरपोरेशंस को क्या पावर्स होनी चाहिए, क्या एडिशनल होना चाहिए, इसके बारे में ऑल इंडिया के मेयर आते हैं और उसमें सारी चर्चा होती है।
तो इसी विषय में इस बार जब चर्चा हुई थी उसमें सब जगह पे आया कि कहीं पे मेयर का कार्यकाल 2.5 साल का, कहीं 5 साल का, 1 साल का, कहीं नहीं है। तो चंडीगढ़ ही एक ऐसा जगह थी जहाँ से मैं गया था, तो उन्होंने पूछा तो मैंने बताया कि जहाँ पे 1 साल का कार्यकाल है। तो उन्होंने ये मुद्दा भी लिया कि इसको हम ज़रूर मेयर काउंसिल के माध्यम से हम मिनिस्ट्री ऑफ होम, क्योंकि चंडीगढ़ डायरेक्ट MHA के अंडर आता है, तो मिनिस्ट्री ऑफ होम अफेयर्स में भी और जो अपना प्रधानमंत्री कार्यालय में भी बात करेंगे ताकि चंडीगढ़ का जो है मेयर का कार्यकाल है जो वो बढ़ना चाहिए। ਉਧਰ ਮੇਅਰ ਰਵੀਕਾਂਤ ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਜਨਤਾ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਪੂਰੇ ਕਰ ਲਏ ਗਏ ਨੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਸੀਨੀਅਰ ਡਿਪਟੀ ਮੇਅਰ ਦਾ ਤਜਰਬਾ ਉਹਨਾਂ ਦੇ ਕੰਮ ਆਇਆ ਹੈ, ਜਿਸ ਦੀ ਬਦੌਲਤ ਉਹਨਾਂ ਨੇ ਸਾਰੇ ਕੰਮ ਪੂਰੇ ਕਰ ਲਏ ਨੇ। 5 साल का होना चाहिए, ये हमने पहले भी डिमांड करी थी और ऊपर हमने सेंटर में भी लिखा था। और चंडीगढ़ में भी अब लास्ट ईयर जिसका होता है चुनावी वर्ष में, तो इसमें तो 9.5 महीने लगभग काम करने के मिलते हैं, उसके बाद कोड ऑफ कंडक्ट लग जाता है, फिर चुनाव होते हैं। तो 9.5 महीने में आपने परफॉर्मेंस देनी है, सारे काम भी करने हैं। ये तभी संभव होता है अगर आपको कुछ पास्ट एक्सपीरियंस है एडमिनिस्ट्रेशन का, उनसे काम करने का, तभी होता है। तो मेरा सौभाग्य है, मैं पिछले साल जो सीनियर डिप्टी मेयर रहा हूँ और मैंने इस साल यही कहा था जब बना था कि जितने हमारे पूर्व मेयर ने काम शुरू करे हैं 2016 से, जब से कॉरपोरेशन भारतीय जनता पार्टी के हाथों में, तब से लेके जितने काम शुरू करे सारे प्रोजेक्ट को पूरा करना, वो पूरे हों। अक्सर आपने देखा होगा कि वो रह जाते हैं, तो हमने वो सारे के सारे पूरे कर दिए। एक लास्ट जो हमारा अभी जो बचा है वो डड्डू माजरा गार्बेज प्लांट का, जिसका हमने DPR मंगवा ली है और अगले महीने मुझे पूरी उम्मीद है अगले हाउस में हम जो है अक्टूबर वाले में उसका टेंडर डॉक्यूमेंट तैयार करके टेंडर करके और नवंबर फर्स्ट वीक तक हम अलॉटमेंट ज़रूर करेंगे ताकि शहर वासियों को इससे नासूर से है जो वो राहत मिले। ਚੰਡੀਗੜ੍ਹ ਤੋਂ ਜਗਬਾਣੀ TV ਲਈ ਭਗਵਤ ਸਿੰਘ ਦੀ ਰਿਪੋर्ट। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਮਨਾਇਆ ਗਿਆ ਤੇ ਉਹ ਜਿਹੜਾ ਕੁਝ ਕੁ ਸਮਾਂ ਖਾਸ ਰੱਖਿਆ ਗਿਆ ਹੈ ਉਸ ਦੌਰਾਨ ਕੀ ਕੁਝ ਹੋਇਆ ਹੈ ਤੇ ਕੀ ਕੁਝ ਹੋਣਾ ਹੈ, ਇਸ ਨੂੰ ਲੈ ਕੇ ਪੱਤਰਕਾਰਾਂ ਦੇ ਸਾਹਮਣੇ ਕਈ ਗੱਲਾਂ ਰੱਖੀਆਂ। पेश रिपोर्ट। वो जितनी भी सरकार की स्कीमों से जो लाभार्थी हैं, बेनिफिशरीज हैं, उनके पास जाकर उनका क्या विचार है, वो इस जो जितनी भी स्कीम्स आई हैं इनके विषय में वो उनको किस प्रकार से उनके जीवन में लाभ हुआ है, कोई परिवर्तन हुआ है या उसमें उनके कोई सुझाव है। तो ऐसे सब बेनिफिशरीज जो हैं, चाहे वो उज्ज्वला योजना हो, चाहे वो कोई भी स्कीम जो है सरकार की, उससे जितने भी बेनिफिशरीज हैं हम उनके जाके छोटे छोटे वीडियो बनाकर और उनके सुझाव भी केंद्र सरकार को भेजेंगे। और इसके अलावा एक आप सब जानते हैं कि देश के प्रधानमंत्री नरेंद्र मोदी जी को जितने भी देश विदेश में उपहार मिलते हैं वो उनको अपने पास नहीं रखते हैं। जब से वो चीफ मिनिस्टर बने हैं वो सारे उपहारों को उनकी ऑक्शन करते हैं और उसका पैसा जो है वो नमामि गंगे प्रोजेक्ट के लिए जाता है। तो इस बार एक विशेष ऑक्शन जो है वो भारत सरकार जो है 17 सितंबर से लेकर 7 अक्टूबर तक करने जा रही है। तो 17 सितंबर से लेकर 7 अक्टूबर तक ये जो ऑक्शन होगी, इसके लिए हम जो लोग हैं उनको प्रेरित करेंगे कि एक मोमेंटो के रूप में प्रधानमंत्री जी को जो उपहार मिले हैं ताकि लोगों के पास वो उनको खरीद सकें ऑक्शन से के जरिए, और ये जो पैसा है इसका उपयोग जो है वो गंगा की सफाई के लिए हो सके। तो ऐसे लगभग 20 कार्यक्रम जो है हम ये 17 सितंबर से 7 अक्टूबर तक बहुत बड़े स्केल पर, चाहे वो बूथ लेवल के कार्यक्रम हों, मंडल के हों, ज़िले के हों और प्रदेश स्तर के हों, एक बड़ा भव्य आयोजन जो है वो प्रधानमंत्री नरेंद्र मोदी जी के 71वें जन्म दिवस पर और उनके 20 साल एज ए जनप्रतिनिधि सफल 20 साल पूरे होने पर जो है हम ये सेवा के कार्यक्रम इस सेवा और समर्पण अभियान के तहत जो है वो करने जा रहे हैं। ਤਾਂ ਰੁਕ ਮੌਸਮ ਦਾ ਕਰ ਲੈਂਦੇ ਆ। ਤਾਂ ਮੌਸਮ ਨੇ ਅੱਜ ਲੋਕਾਂ ਨੂੰ ਗਰਮੀ ਦਿਖਾਈ ਹੈਗੀ ਹੈ, ਯਾਨੀ ਕਿ ਗਰਮੀ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋਏ। ਹਾਲਾਂਕਿ ਤਪਤਪਾਉਂਦੀ ਗਰਮੀ ਦੇ ਵਿੱਚ ਥੋੜੀ ਜਿਹੀ ਹਵਾ ਵੀ ਚੱਲੀ ਸੀ। ਤੇ ਹੁਣ ਦੇਖ ਲੈਂਦੇ ਆ ਕਿ ਅੱਜ ਦਾ ਤਾਪਮਾਨ ਕਿੰਨਾ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।